ਪੁੱਤ ਕੁੜੀ ਹੋਈ ਆ। ਹੁਣ ਦੱਸ ਪਰ ਮੈਂ ਇਹ ਨਹੀਂ ਕਰ ਸਕਦਾ। ਕਿਉਂ ਨਹੀਂ ਕਰਨਾ? ਮੈਂ ਆਪਣੇ ਇਹਨਾਂ ਹੱਥਾਂ ਨਾਲ ਪਾਪ ਨਹੀਂ ਕਮਾ ਸਕਦਾ। ਤੂੰ ਹੀ ਦੱਸ ਫਿਰ। ਮੈਨੂੰ ਨਹੀਂ ਪਤਾ। ਦੇਖ ਪੁੱਤ, ਇਹ ਤਾਂ ਰੀਤ ਆ। ਬੰਦੇ ਦੀ ਅੰਸ ਬੰਸ ਪੁੱਤ ਨਾਲ ਹੀ ਚੱਲਦੀ ਆ। ਤੂੰ ਇੱਕ ਕੰਮ ਕਰ, ਧਰਮੇ ਨੂੰ ਸੱਦ ਲਿਆ ਤੇ ਮੈਂ ਗੁੜ ਤੇ ਰੂੰ ਲੈ ਕੇ ਆਉਣੀ ਆ। ਗੁੜ ਖਾਈ ਪੂਣੀ ਗੱਤੀ, ਆਪ ਨਾ ਆਈ ਵੀਰੇ ਨੂੰ ਕੱਤੀ। मैं तख्त लाहौर दा जां कह लो खालसा राज दा तख्त, पंजाब दी शान, हर सिख दी अख दा ख्वाब, जिस ते बैठ के मेरे महबूब राजे शेरे पंजाब ने 40 साल राज कीता। पर ਅੱਜ मैं किसी अजायब घर दे विच नुमाइश ਲਈ ਰੱਖਿਆ ਹੋਇਆ, क्योंकि पंजाबी मैनू भुल गए ते सिख भुलते जा रहे ने कि वो भी कदे राजे हुंदे सी। मैं सदियां दा सफर तय किया, पर मेरी शान ऐदां दी नहीं सी। मेरे इस सफर दी दास्तान विच वफा, बेवफाई, धोखा, गद्दारी, ताकत, कतल, लालच ते होर भी बहुत सारे रंग सन। सदियां तो चल के मेरी कहानी मेरे महबूब राजे शेरे पंजाब तक आउंदी है। ते मैं सुना रहा अपनी कहानी, ते लै चलदा तुहानू सदियां पिछे। जिथों मेरी ये दास्तान शुरू हुई सी। हिंदुस्तान दी ओ धरती जिथे मिट्टी विचों ज्ञान फुटदा सी ते हर दरिया रूहानियत दे राग गाउंदा सी, ते उन्हां रागां दी शांति भंग कीती हिंदुस्तान ते चढ़ के आए सिकंदर ने, ते उस दा राह रुकिया पंजाब दे जाए राजे पोरस ने। भावें पोरस ओ जंग हार गया, पर सिकंदर पोरस की बहादुरी तो इन्ना मुतासर होया कि वह जंग जित के भी वापस परत गया। पर गल इत्थे खत्म नहीं हुई। फिर चढ़ के आया जालिम हमलावर बिन कासिम, ते ए है दर्राए खैबर, हिंदुस्तान दी बर्बादी दा दरवाजा। ते इसे दरवाजे राही लंघ के आया सी गजनी दा मशहूर लुटेरा जालम महमूद गजनवी, जिसने हिंदुस्तान नू 17 वार लुटिया। गजनी ने हिंदुस्तान दा धन दौलत ही नहीं, इथों दी अजमत ते रूह नू भी लुटिया। ते उसने अखीरला हमला हिंदुस्तान दी आस्था ते कीता। जद ओह सोमनाथ मंदिर पहुंचिया, हजारां लोकां दे सामने उसने सोमनाथ मंदिर नूं ढाया
ਤੇ ਸੋਨੇ ਦੇ ਦਰਵਾਜ਼ੇ ਪੁੱਟ ਕੇ ਆਪਣੇ ਨਾਲ ਗਜ਼ਨੀ ਲੈ ਗਿਆ। ਹਰ ਚੜ੍ਹਦਾ ਸੂਰਜ ਆਪਣੀ ਤਾਰੀਖ ਦੇ ਵਿੱਚ ਨਵੇਂ ਲੁਟੇਰੇ ਦਾ ਨਾਮ ਲਿਖਦਾ ਗਿਆ। ਤੇ ਫੇਰ ਪਾਪ ਕੀ ਜੰਜ ਲੈ ਕਾਬਲੂ ਧਾਇਆ ਬਾਬਰ ਨੇ ਐਸੀ ਮਾਰ ਮਾਰੀ ਕਿ ਇੱਕ ਆਵਾਜ਼ ਨੂੰ ਕਹਿਣਾ ਪਿਆ, ਬਾਬਰ ਤੂੰ ਜ਼ਾਬਰ ਹੈ। ਬਾਬਰ ਨੇ ਹਿੰਦੁਸਤਾਨ ਵਿੱਚ ਮੁਗਲ ਸਲਤਨਤ ਦੀ ਚੜ੍ਹ ਲਾਈ ਤੇ ਮੁਗਲਾਂ ਨੇ ਹਿੰਦੁਸਤਾਨ ਤੇ ਕਈ ਸਾਲ ਰਾਜ ਕੀਤਾ। ਪਰ ਜਦੋਂ ਹਕੂਮਤ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਹੈ ਤਾਂ ਰਾਜ ਵਿੱਚੋਂ ਖੁਦਾਈ ਖਤਮ ਹੋ ਜਾਂਦੀ ਹੈ ਤੇ ਉਹ ਰਾਜ ਜ਼ਾਲਮ ਰਾਜ ਬਣ ਜਾਂਦਾ ਹੈ। ਤੇ ਫਿਰ ਇੱਕ ਦਿਨ ਉਸ ਜ਼ਾਲਮ ਰਾਜ ਦੀ ਜੜ ਪੁੱਟੀ ਜਾਂਦੀ ਹੈ। ਵਕਤ ਨੇ ਕਰਵਟ ਲਈ ਤੇ ਦਿੱਲੀ ਦਾ ਤਖਤ ਰੌਲਿਆਂ ਦਾ ਤਖਤ ਬਣ ਗਿਆ ਤੇ ਇਸ ਉਥਲ ਪੁਥਲ ਦਾ ਫਾਇਦਾ ਲਿਆ ਕਾਬਲ ਤੋਂ ਚੜ੍ਹ ਕੇ ਆਏ ਅਹਿਮਦ ਸ਼ਾਹ ਅਬਦਾਲੀ ਨੇ। ਤੇ ਉਸ ਨੇ ਪਾਣੀਪਤ ਦੇ ਵਿੱਚ ਮਰਾਠਿਆਂ ਨੂੰ ਹਰਾ ਕੇ ਇਹ ਸੋਚਿਆ ਕਿ ਉਸ ਨੇ ਹਿੰਦੁਸਤਾਨ ਦਾ ਲੱਕ ਤੋੜ ਦਿੱਤਾ ਤੇ ਉਹ ਇੱਥੋਂ ਲੁੱਟ ਦੇ ਰੂਪ ਦੇ ਵਿੱਚ ਧਨ ਦੌਲਤ ਦੇ ਨਾਲ ਜਵਾਨ ਬਹੂ ਬੇਟੀਆਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਪਰ ਉਹ ਇਸ ਗੱਲ ਤੋਂ ਬੇਖਬਰ ਸੀ ਕਿ ਪੰਜਾਬ ਦੇ ਵਿੱਚ ਇੱਕ ਤਾਕਤ ਉਸ ਦਾ ਇੰਤਜ਼ਾਰ ਕਰ ਰਹੀ ਸੀ। ਬੋਲੇ ਸੋਨੇਹਾ ਸਿੱਖਾਂ ਦੀਆਂ 12 ਮਿਸਲਾਂ ਨੇ ਰਲ ਕੇ ਅਬਦਾਲੀ ਨੂੰ ਹਿੰਦੁਸਤਾਨ ਦੇ ਵਿੱਚੋਂ ਖਾਲੀ ਹੱਥ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਤੇ ਉਹ ਮੁੜ ਕੇ ਕਦੇ ਵੀ ਵਾਪਸ ਨਹੀਂ ਆਇਆ। ਫਿਰ ਸਿੱਖਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੇ ਰਾਜ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਸਰਦਾਰ ਜੀ ਮਹਾਂਪੁਰਸ਼ ਆਏ ਨੇ। ਉਹਨਾਂ ਨੂੰ ਬਿਠਾਓ ਤੇ ਪ੍ਰਸ਼ਾਦ ਪਾਣੀ ਛਕਾਓ। ਉਹਨਾਂ ਨੇ ਮਨਾ ਕਰਤਾ। ਅੱਛਾ, ਮੈਂ ਦੇਖਦਾ। ਮਹਾਂਪੁਰਸ਼ੋ, ਤੁਸੀਂ ਪ੍ਰਸ਼ਾਦਾ ਨਹੀਂ ਛਕਿਆ? ਅਸੀਂ ਤੇਰੇ ਘਰ ਦਾ ਪਾਣੀ ਵੀ ਨਹੀਂ ਪੀਵਾਂਗੇ। ਪਰ ਕਿਉਂ? ਕਿਉਂਕਿ ਤੂੰ ਪਾਪ ਕਮਾਇਆ, ਜੰਮਦੀ ਧੀ ਨੂੰ ਘੜੇ 'ਚ ਪਾ ਕੇ ਦੱਬਿਆ ਆ। ਜੇ ਪੁੱਤ ਹੁੰਦਾ ਮੇਰੇ ਨਾਲ 50 ਪਿੰਡਾਂ ਤੇ ਰਾਜ ਕਰਦਾ, ਨਾਲੇ ਮੇਰਾ ਨਾਂ ਰਹਿ ਜਾਂਦਾ। ਤੈਨੂੰ ਪਤਾ, ਜਿਹਨੂੰ ਘੜੇ 'ਚ ਪਾ ਕੇ ਦੱਬ ਕੇ ਆਇਆ ਨਾ, ਉਹਦੀ ਕੁੱਖ ਤੋਂ ਜਿਹਨੇ ਪੈਦਾ ਹੋਣਾ, ਉਹਨੇ ਪੂਰੇ ਪੰਜਾਬ ਤੇ ਰਾਜ ਕਰਨਾ। अब्दाली, जिसके नाम से हिंदुस्तान थर थर कांपता था, लेकिन उस अब्दाली को पंजाब में इन सिखड़ों ने कई बार लूटा। बाबा जी, आप किथे जा रहे हैं? ਪੁੱਤਰ ਜੀ, ਅਸੀਂ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਾਂ ਕਿਉਂਕਿ ਅਬਦਾਲੀ ਸਾਡਾ ਪਿੱਛਾ ਕਰ ਰਿਹਾ ਹੈ। पर बाबा जी, वो साडा पीछा क्यों कर रहे हैं? ਕਿਉਂਕਿ ਉਹ ਇਸ ਦੇਸ਼ ਦਾ ਰਾਜਾ ਬਣਨਾ ਚਾਹੁੰਦਾ ਹੈ। फिर बाबा जी आपा राजा बन जाने हैं। ਪੁੱਤਰ ਜੀ, ਆਪਾਂ ਤਾਂ ਪਹਿਲੋਂ ਹੀ ਰਾਜੇ ਹਾਂ। ਜਿਹਦੇ ਤੇ ਗੁਰੂ ਖੁਸ਼ ਹੁੰਦਾ ਹੈ ਉਹਨੂੰ ਸਿੱਖੀ, ਸ਼ਸਤਰ ਤੇ ਘੋੜੇ ਦੇ ਕੇ ਨਿਵਾਜਦਾ ਹੈ। अब्दाली ने सोचा कि इस बार का हमला हिंदुस्तान पे नहीं, इन सिखों को खत्म करने के लिए करूंगा। हम अपनी 2 लाख के करीब फौज, घोड़े, तोपें लेकर सिखों का नामो निशान मिटाने के लिए चल पड़े। हमें पता चला कि सिखों का एक बहुत बड़ा जत्था बच्चे,
बूढ़े औरतों के साथ मालवा की तरफ जा रहा है। अब्दाली ने उन सब को मालवा की धरती पे जाके घेरा डाला। उनके बहुत सारे जर्नैल थे और उनका एक जर्नैल था जस्सा सिंह आलूवालिया। खालसा जी, ਅੱਜ ਦਾ ਦਿਨ ਤੇ ਅੱਜ ਦੀ ਰਾਤ ਬਹੁਤ ਭਾਰੀ ਹੈ। ਅਬਦਾਲੀ ਆਪਣੀਆਂ ਫੌਜਾਂ ਦੇ ਨਾਲ ਚੜ੍ਹ ਕੇ ਆ ਚੁੱਕਾ ਹੈ। ਉਹਨੂੰ ਲੱਗਦਾ ਹੈ ਕਿ ਉਹ ਹਿੰਦੁਸਤਾਨ ਨੂੰ ਆਪਣਾ ਗੁਲਾਮ ਬਣਾ ਲਏਗਾ, ਪਰ ਉਹ ਇਹ ਗੱਲ ਭੁੱਲ ਗਿਆ ਹੈ ਕਿ ਸਿੱਖਾਂ ਨੂੰ ਗੁਲਾਮ ਨਹੀਂ ਬਣਾ ਸਕਦਾ। ਜੇ ਉਹਦੇ ਨਾਲ ਲੱਖਾਂ ਦੀ ਫੌਜ ਹੈ ਤਾਂ ਸਾਡੇ ਨਾਲ ਕਲਗੀਧਰ ਪਾਤਸ਼ਾਹ ਹੈ। ਅਸੀਂ ਲੜਦੇ ਰਣਤੱਤੇ ਵਿੱਚ ਮਰ ਜਾਵਾਂਗੇ, ਪਰ ਮੈਦਾਨ ਨਹੀਂ ਛੱਡਾਂਗੇ। ਬੋਲੇ ਸੋਨੇਹਾ। सिखों के जत्थे में औरतें, बच्चे, बूढ़े और लड़ने वाले सिपाही थे और हमारे पास उनसे कहीं ज्यादा सिपाही थे। और अब्दाली का सख्त हुक्म था, बच्चे बच्चे को काट डालो, कोई भी जिंदा नहीं बचना चाहिए। पंजाब की धरती से इन सिखों का नामो निशान मिटा दो। और हमने उन सिखों का नामो निशान मिटाने के लिए बच्चे बच्चे को काट डाला और पूरे मैदान में सिखों की लाशों के अंबार। ऐसा लगता था कि धरती खून की नदियों से लथपथ हो गई। शाम ढलते हमने सिखों की पूरी नस्ल को तबाह कर दिया और आग लगा के उनका नामो निशान मिटा दिया। दुनिया की तारीख में ये सिखों का सबसे बड़ा कत्लेआम था। हर तरफ सिखों के कटे हुए सर, लाशों के ढेर दिखाई दे रहे थे और हमें नहीं पता था कि उनमें से कुछ सिख बच गए। हमने जंगल को आग लगाई, लेकिन उनकी आंखों का गुस्सा हम देख नहीं सके। बाबा जी, अब्दाली दी फौज ने अद्धी कौम शहीद कर देती है। बच्चियां, बुजुर्गां, औरतां दा भी लिहाज नहीं किया गया। हर पासे लाशां ही लाशां नजर आ रही ने। हिम्मत रखो खालसा जी, घबराउना नहीं। हे समा सिख कौम ते कोई पहली बार नहीं है। दशमेश पिता गुरु गोबिंद सिंह साहब ते भी ये समा बनिया सी जदों आनंदपुर साहब दे किले नूं घेरा पिया। सारा परिवार पंथ गुरु साहब तो विछड़ गया। पंथ परिवार वार के भी मेरे कलगीधर पातशाह ने दोवें हाथ जोड़ शुकराने दा अरदासा कीता। खालसा जी, असीं भी अरदास करांगे। ठीक है बाबा जी, असीं भी कलगीधर पातशाह जी दे चरनां 'च अरदास करते हैं। हे दशमेश पिता, आप जी दे पंथ ते बिगड़ा समा बनिया। जालम ने अचनचेत हमला करके मजलूम बीबियां, पुचंगियां ते ਸਿੰਘਾਂ ਨੂੰ शहीद कर दिता। सारे शहीदां मुरीदां ਨੂੰ अपने चरनां दा निवास बख्शियो। हे कलगीधर पातशाह,
ਆਪ ਇਸ ਪੰਥ ਦੇ ਵਾਲੀ ਹੋ। ਪੰਥ ਦੀ ਪੈਜ ਰੱਖਣਾ, ਪੰਥ ਦੀ ਚੜ੍ਹਦੀ ਕਲਾ ਕਰਨੀ। ਗगन ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ। खेत जो मांडियो सूरमा, अब जूझन को दाओ। हे कलगीधर पातशाह, अपने पंथ नूं ताकत ते समर्था बख्श, तां जो रण तत्ते विच जूझ के वैरी दा मुकाबला कर सके ते फतेह पावे। बोले सिखों को मारने के बाद अब्दाली समझ गया कि उसने सिर्फ सिखों का जिस्म खत्म किया है, लेकिन उनकी रूह, उनका दिल अभी जिंदा है। और अब्दाली वहां से सिखों की रूह, उनके दिल हरमंदर साहब पे हमला करने के लिए आनंद सुनो वड भागी हो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन भय सरसे पूरे गुर ते जानी। सुनते पुनीत कहते पवित सतगुर रहया पर पूरे। बिनवंत नानक गुर चरण लागे वाजे अनहद तूरे। श्लोक पवन गुरु पानी पिता माता धरत महत दिवसरा। गुरु के लंगर ਤਿਆਰ ਨੇ। ਖਾਲਸਾ ਜੀ, ਸਮਾਪਤੀ ਦੀ ਅਰਦਾਸ ਤੋਂ ਬਾਅਦ ਲੰਗਰ ਦਾ ਹੋਕਾ ਦੇ ਦਿਓ। खालसा जी, गुरु का लंगर तैयार है, सारे आके छक लो जी। प्रसादा दाड़ा वाहिगुरु दाड़ा जी। जल जी जल, जल वाहिगुरु जल वाहिगुरु। प्रसादा जी, प्रसादा प्रसादा। जल वाहिगुरु जल वाहिगुरु जल वाहिगुरु। दाड़ा जी दाड़ा वाहिगुरु दाड़ा वाहिगुरु। है प्रसादा जी। सिख ਇਹ ਕਿਵੇਂ ਬਚ ਗਏ? ਹੈ ਇਹ ਸਿੱਖਾਂ 'ਚ ਕੀ ਕਰ ਰਿਹਾ?
ਅਬਦਾਲੀ ਦਾ ਸਿਪਾਹੀ ਕੀ ਕਰ ਰਿਹਾ? ਇਹ ਕਿੱਥੋਂ ਆ ਗਿਆ? ਇਹ ਤੇ ਅਬਦਾਲੀ ਦਾ ਸਿਪਾਹੀ ਆ। ਆਪਣੀ ਤਲਵਾਰ ਕਿਉਂ ਸੁੱਟ ਦਿੱਤੀ? ਜਰਨੈਲ, ਮੈਂ ਸਿੱਖਾਂ ਦੀ ਸ਼ਰਨ 'ਚ ਆਇਆ, ਜਿਨ੍ਹਾਂ ਨੂੰ ਅਸੀਂ ਜੰਗ 'ਚ ਖਤਮ ਕਰ ਦਿੱਤਾ ਸੀ। ਆ ਦੇਖ, ਜਿਨ੍ਹਾਂ ਨੂੰ ਤੁਸੀਂ ਖਤਮ ਕੀਤਾ ਸੀ ਉਹ ਖਾਲਸਾ ਅਜੇ ਵੀ ਜਿਉਂਦਾ। ਮੈਂ ਸਮਝ ਗਿਆ, ਸਿੱਖ ਖਤਮ ਨਹੀਂ ਹੋਏ। ਅਬਦਾਲੀ ਮਰੇ ਤੇ ਜ਼ਖਮੀ ਪਿੱਛੇ ਛੱਡ ਗਿਆ, ਨਾਲ ਨਹੀਂ ਲੈ ਕੇ ਗਿਆ। ਖਾਲਸਾ ਕਦੇ ਵੀ ਖਤਮ ਨਹੀਂ ਹੋ ਸਕਦਾ। ਸਾਡੇ ਗੁਰੂ ਦਾ ਹੁਕਮ ਆ, ਚੜ ਕੇ ਆਈ ਨੂੰ ਤੇਗ ਤੇ ਸ਼ਰਨ ਆਈ ਨੂੰ ਦੇਗ। ਹੁਣ ਤੂੰ ਖਾਲਸੇ ਦੀ ਸ਼ਰਨ ਆਇਆ, ਆ ਲੰਗਰ ਛਕ। ਅੱਜ ਦਾ ਜਸ਼ਨ ਸਿੱਖਾਂ ਦੇ ਖਾਤਮੇ ਦੇ ਨਾ। ਪਰ ਜਹਾਪਨਾ, ਗੱਲ ਹਾਲੇ ਖਤਮ ਨਹੀਂ ਹੋਈ। ਹਾਂ ਬੋਲ, ਕੀ ਕਹਿਣਾ ਚਾਹਨਾ? ਜਹਾਪਨਾ, ਸਿੱਖ ਐਨੀ ਜਲਦੀ ਨਹੀਂ ਮੁੱਕਨੇ ਜਦੋਂ ਤੱਕ ਇਹਨਾਂ ਦਾ ਮੁਕੱਦਸ ਸਥਾਨ ਬਾਕੀ ਆ। ਕੀ ਮਤਲਬ ਹੈ ਤੇਰਾ? ਪੂਰਬ ਤੋਂ ਲੈ ਕੇ ਪੱਛਮ ਤੱਕ ਪੂਰੇ ਪੰਜਾਬ 'ਚ ਕੋਈ ਸਿੱਖਾਂ ਦਾ ਨਾਮ ਲੈਣ ਵਾਲਾ ਨਹੀਂ ਰਿਹਾ। ਸਰਕਾਰ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕੋਈ ਸਿੱਖ ਨਹੀਂ ਬਚਿਆ, ਪਰ ਜਦੋਂ ਤੱਕ ਇਹਨਾਂ ਦਾ ਅੰਮ੍ਰਿਤਸਰ ਹੈ, ਇਹਨਾਂ ਨੂੰ ਕੋਈ ਨਹੀਂ ਮੁਕਾ ਸਕਦਾ। ਪਤਾ ਨਹੀਂ ਉਸ ਜਗ੍ਹਾ 'ਚ ਐਸੀ ਕੀ ਸ਼ਕਤੀ ਹੈ, ਮੁਰਦੇ ਵੀ ਜਿਉਂ ਉੱਠਦੇ ਨੇ। ਉਸ ਸਰੋਵਰ ਦੇ ਪਾਣੀ 'ਚ ਪਤਾ ਨਹੀਂ ਕੀ ਤਾਕਤ ਹੈ, ਲੰਗੜੇ ਵੀ ਉੱਠ ਕੇ ਤੁਰਨ ਲੱਗ ਪੈਂਦੇ ਨੇ। ਸਿੱਖਾਂ ਨੂੰ ਤਾਕਤ ਹੀ ਉਸ ਜਗ੍ਹਾ ਤੋਂ ਮਿਲਦੀ ਹੈ। ਜੇ ਅਸੀਂ ਉਸ ਸਰੋਵਰ ਤੇ ਇਹਨਾਂ ਦੇ ਹਰਮੰਦਰ ਨੂੰ ਢਾਹ ਦਈਏ, ਫਿਰ ਇਹ ਸਿੱਖ ਆਪਣੇ ਆਪ ਖਤਮ ਹੋ ਜਾਣਗੇ, ਕਿਉਂਕਿ ਹਰਮੰਦਰ ਹੀ ਇਹਨਾਂ ਦੇ ਜੀਵਨ ਦਾ ਸੋਮਾ ਹੈ। ਜਾਓ, ਫੌਜ ਤਿਆਰ ਕਰੋ, ਮੈਂ ਅੰਮ੍ਰਿਤਸਰ ਤੇ ਹਮਲਾ ਕਰਾਂਗਾ ਤੇ ਜਿੱਥੋਂ ਸਿੱਖਾਂ ਨੂੰ ਜ਼ਿੰਦਗੀ ਮਿਲਦੀ ਹੈ, ਉਸ ਸਥਾਨ ਨੂੰ ਤਬਾਹ ਕਰ ਦਵਾਂਗਾ। ਵੱਡੇ ਘੱਲੂਘਾਰੇ ਦੇ ਉਸ ਭਿਆਨਕ ਕਤਲੇਆਮ ਤੋਂ ਬਾਅਦ ਵੀ ਅਬਦਾਲੀ ਦੇ ਮਨ ਵਿੱਚ ਇੱਕ ਹੋਰ ਚਿੰਗਾਰੀ ਸੜ ਰਹੀ ਸੀ, ਕਿਉਂਕਿ ਫੁਲਕੀਆਂ ਮਿਸਲ ਦਾ ਮੁਖੀ ਬਾਬਾ ਆਲਾ ਸਿੰਘ ਇਸ ਜੰਗ ਵਿੱਚ ਉਸ ਦਾ ਸਾਥ ਦੇਣ ਨਹੀਂ ਆਇਆ ਸੀ। ਜਦੋਂ ਸਿੱਖਾਂ ਦੀਆਂ ਮਿਸਲਾਂ ਅਬਦਾਲੀ ਦੇ ਖਿਲਾਫ ਡਟ ਕੇ ਲੜ ਰਹੀਆਂ ਸਨ, ਉਸ ਵੇਲੇ ਬਾਬਾ ਆਲਾ ਸਿੰਘ ਨੇ ਨਾ ਸਿੱਖਾਂ ਦਾ ਪੱਖ ਲਿਆ, ਨਾ ਅਬਦਾਲੀ ਦਾ। ਉਹਨਾਂ ਨੇ ਚੁਣਿਆ ਤਟਸਥ ਰਹਿਣਾ। ਇੱਕ ਐਸਾ ਰਾਜਨੀਤਿਕ ਫੈਸਲਾ ਜੋ ਸਮਝਦਾਰ ਤਾਂ ਸੀ, ਪਰ ਅੰਤ ਵਿੱਚ ਬਹੁਤ ਭਾਰੀ ਸਾਬਤ ਹੋਇਆ। ਅਬਦਾਲੀ ਇਸ ਗੱਲ ਤੋਂ ਅੱਗ ਵਾਂਗ ਸੜ ਰਿਹਾ ਸੀ। ਉਸਨੇ ਇਸ ਨੂੰ ਆਪਣੀ ਤੌਹੀਨ ਸਮਝਿਆ ਅਤੇ ਬਦਲਾ ਲੈਣ ਦਾ ਫੈਸਲਾ ਕਰ ਲਿਆ। ਫਿਰ ਕੀ ਸੀ? ਅਬਦਾਲੀ ਦੀ ਭਿਆਨਕ ਫੌਜ ਨੇ ਬਾਬਾ ਆਲਾ ਸਿੰਘ ਦੀ ਰਿਆਸਤ ਬਰਨਾਲਾ ਉੱਤੇ ਚੜ੍ਹਾਈ ਕਰ ਦਿੱਤੀ। ਸ਼ਹਿਰ ਨੂੰ ਅੱਗ ਲਾ ਦਿੱਤੀ ਗਈ, ਘਰ ਬਰਬਾਦ ਕਰ ਦਿੱਤੇ ਗਏ ਅਤੇ ਪੂਰੇ ਇਲਾਕੇ ਵਿੱਚ ਤਬਾਹੀ ਦਾ ਮੰਜ਼ਰ ਫੈਲ ਗਿਆ। ਇਹ ਹਮਲਾ ਸਿਰਫ ਜੰਗ ਨਹੀਂ ਸੀ, ਇਹ ਇੱਕ ਸਜ਼ਾ ਸੀ। ਅਬਦਾਲੀ ਨੇ ਹੁਕਮ ਦਿੱਤਾ ਬਾਬਾ ਆਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ, ਪਰ ਇੱਥੇ ਵੀ ਇਤਿਹਾਸ ਨੇ ਇੱਕ ਹੋਰ ਮੋੜ ਲਿਆ। ਬਾਬਾ ਆਲਾ ਸਿੰਘ ਖੁਦ ਹੀ ਅਬਦਾਲੀ ਦੇ ਸਾਹਮਣੇ ਪੇਸ਼ ਹੋ ਗਏ। ਅਬਦਾਲੀ ਦੇ ਗੁੱਸੇ ਦੀ ਕੋਈ ਹੱਦ ਨਹੀਂ ਸੀ। ਉਸਨੇ ਹੁਕਮ ਦਿੱਤਾ ਉਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ। ਇਹ ਸਿਰਫ ਸਜ਼ਾ ਨਹੀਂ ਸੀ, ਇਹ ਉਹਨਾਂ ਦੀ ਆਤਮਕ ਪਹਿਚਾਨ ਤੇ ਹਮਲਾ ਸੀ। ਜਦੋਂ ਇਹ ਖਬਰ ਫੈਲੀ, ਸਿੱਖ ਅਤੇ ਬਾਬਾ ਆਲਾ ਸਿੰਘ ਦਾ ਪਰਿਵਾਰ
ਇਕੱਠੇ ਹੋਏ। ਉਹਨਾਂ ਨੇ 1.25 ਲੱਖ ਰੁਪਈਆ ਅਬਦਾਲੀ ਦੇ ਅੱਗੇ ਨਜ਼ਰਾਨੇ ਵਜੋਂ ਰੱਖ ਦਿੱਤਾ ਅਤੇ ਇਸ ਨਜ਼ਰਾਨੇ ਦੇ ਬਦਲੇ ਬਾਬਾ ਆਲਾ ਸਿੰਘ ਨੂੰ ਉਹਨਾਂ ਦੇ ਕੇਸਾਂ ਸਮੇਤ ਬਚਾ ਲਿਆ ਗਿਆ। ਕੁਝ ਸਮੇਂ ਬਾਅਦ ਉਹਨਾਂ ਨੂੰ ਕੈਦ ਤੋਂ ਰਿਹਾ ਵੀ ਕਰ ਦਿੱਤਾ ਗਿਆ। ਅਬਦਾਲੀ ਹੁਣ ਅੰਮ੍ਰਿਤਸਰ ਵੱਲ ਵਧ ਰਿਹਾ ਸੀ। ਇੱਕ ਹੋਰ ਤਬਾਹੀ, ਇੱਕ ਹੋਰ ਇਮਤਿਹਾਨ ਇਤਿਹਾਸ ਦੀ ਉਡੀਕ ਕਰ ਰਿਹਾ ਸੀ। ਅਬਦਾਲੀ ਆਪਣੀ ਵਿਸ਼ਾਲ ਫੌਜ ਦੇ ਨਾਲ ਜਦੋਂ ਅੰਮ੍ਰਿਤਸਰ ਪਹੁੰਚਿਆ, ਉਸਨੇ ਰਾਮਗੜ੍ਹ ਕਿਲੇ ਦੇ ਕੋਲ ਟਿਕਾਣਾ ਕੀਤਾ ਤੇ ਆਪਣੀ ਫੌਜ ਨਾਲ ਪੂਰੇ ਸ਼ਹਿਰ ਤੇ ਹਮਲਾ ਬੋਲ ਦਿੱਤਾ। ਸ਼ਹਿਰ ਦੇ ਮਕਾਨ ਉਜਾੜ ਦਿੱਤੇ ਗਏ, ਸਭ ਪਾਸੇ ਲੁੱਟ ਮਚਾਈ ਗਈ। ਸ਼ਹਿਰ 'ਚ ਮੌਜੂਦ ਕਈ ਗੁਰਦੁਆਰਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਰਾਹ ਵਿੱਚ ਜਿੱਥੇ ਵੀ ਸਿੱਖ ਮਿਲੇ, ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਅਬਦਾਲੀ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ ਕੇ ਅੰਮ੍ਰਿਤਸਰ ਲੈ ਕੇ ਆਇਆ। ਕਈ ਦਿਨਾਂ ਤੱਕ ਸ਼ਹਿਰ ਵਿੱਚ ਸਿਰਫ ਚੀਖਾਂ, ਧੂਆਂ ਅਤੇ ਖਾਮੋਸ਼ੀ ਰਹੀ। ਪਰ ਅਬਦਾਲੀ ਦੀ ਨਫ਼ਰਤ ਅਜੇ ਵੀ ਠੰਡੀ ਨਹੀਂ ਹੋਈ ਸੀ। ਹੁਣ ਉਸ ਦੀ ਨਜ਼ਰ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਤੋਪਾਂ ਤਾਇਨਾਤ ਕੀਤੀਆਂ ਗਈਆਂ, ਬਾਰੂਦ ਲਗਾਇਆ ਗਿਆ। ਉਸ ਦਾ ਮਨਸੂਬਾ ਸੀ ਇਸ ਪਵਿੱਤਰ ਅਸਥਾਨ ਨੂੰ ਸਦਾ ਲਈ ਮਿਟਾ ਦੇਣਾ। ਫਿਰ ਇੱਕ ਗੋਲਾ ਆ ਕੇ ਹਰਿਮੰਦਰ ਸਾਹਿਬ ਦੀ ਇਮਾਰਤ ਨਾਲ ਟਕਰਾਇਆ ਅਤੇ ਉਸ ਟੱਕਰ ਨਾਲ ਇੱਕ ਪੱਥਰ ਉੱਡ ਕੇ ਅਬਦਾਲੀ ਦੀ ਨੱਕ ਤੇ ਆ ਵੱਜਿਆ। ਉਸ ਦੇ ਚਿਹਰੇ ਤੇ ਇੱਕ ਨਾਸੂਰ ਬਣ ਗਿਆ। ਪਰ ਇਸ ਤੋਂ ਬਾਅਦ ਵੀ ਉਸ ਦੀ ਬੇਰਹਿਮੀ ਨਹੀਂ ਰੁਕੀ। ਉਸ ਦੀ ਫੌਜ ਨੇ ਸ਼ਹਿਰ ਭਰ ਤੋਂ ਮਲਵਾ ਇਕੱਠਾ ਕੀਤਾ ਅਤੇ ਪਵਿੱਤਰ ਸਰੋਵਰ ਨੂੰ ਮਲਵੇ ਨਾਲ ਭਰਨਾ ਸ਼ੁਰੂ ਕਰ ਦਿੱਤਾ। ਮਰੀਆਂ ਹੋਈਆਂ ਗਊਆਂ ਤੱਕ ਸਰੋਵਰ ਵਿੱਚ ਸੁੱਟੀਆਂ ਗਈਆਂ। ਆਖਿਰਕਾਰ ਮਿੱਟੀ ਪਾ ਕੇ ਸਰੋਵਰ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਗਿਆ ਅਤੇ ਉੱਥੇ ਜੌਂ ਬੀਜ ਦਿੱਤੇ ਗਏ। ਅੰਮ੍ਰਿਤਸਰ ਨੂੰ ਤਬਾਹ ਕਰਨ ਤੋਂ ਬਾਅਦ ਅਬਦਾਲੀ ਆਪਣੀ ਫੌਜ ਦੇ ਨਾਲ ਲਾਹੌਰ ਵੱਲ ਰਵਾਨਾ ਹੋ ਗਿਆ। ਉਹ ਆਪਣੇ ਨਾਲ ਉਸ ਕਤਲੇਆਮ ਦੀ ਨਿਸ਼ਾਨੀ ਵੀ ਲੈ ਕੇ ਗਿਆ। ਕਈ ਗੱਡਿਆਂ 'ਚ ਭਰੇ ਹੋਏ ਸਿੱਖਾਂ ਦੇ ਕੱਟੇ ਸਿਰ। ਜਦੋਂ ਉਹ ਲਾਹੌਰ ਪਹੁੰਚਿਆ, ਉਸਨੇ ਉੱਥੇ ਦਹਿਸ਼ਤ ਦਾ ਇੱਕ ਨਵਾਂ ਦ੍ਰਿਸ਼ ਖੜਾ ਕਰ ਦਿੱਤਾ। ਸਿੱਖਾਂ ਦੇ ਸਿਰਾਂ ਦੇ ਮੀਨਾਰ ਬਣਾਏ ਗਏ। ਇਹ ਸਿਰਫ ਲਾਹੌਰ ਦੀਆਂ ਗਲੀਆਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਸੀ। ਅਬਦਾਲੀ ਕਈ ਮਹੀਨੇ ਉੱਥੇ ਹੀ ਟਿਕਿਆ ਰਿਹਾ। ਉਹ ਦੇਖਣਾ ਚਾਹੁੰਦਾ ਸੀ ਕਿ ਹੁਣ ਵੀ ਕੋਈ ਸਿੱਖ ਉਸ ਦੇ ਸਾਹਮਣੇ ਖੜਨ ਦੀ ਹਿੰਮਤ ਕਰੇਗਾ।
ਉਸ ਨੂੰ ਲੱਗਦਾ ਸੀ ਕਿ ਹੁਣ ਪੰਜਾਬ ਖਾਮੋਸ਼ ਹੋ ਗਿਆ ਹੈ। ਹੁਣ ਕੋਈ ਵੀ ਤਾਕਤ ਉਸ ਦੇ ਸਾਹਮਣੇ ਨਹੀਂ ਆ ਸਕਦੀ, ਕਿਉਂਕਿ ਉਸ ਦੇ ਮੁਤਾਬਕ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੀ ਅਤੇ ਉਹ ਪਵਿੱਤਰ ਅਸਥਾਨ ਜਿੱਥੋਂ ਸਿੱਖਾਂ ਨੂੰ ਹੌਸਲਾ ਮਿਲਦਾ ਸੀ, ਸ਼੍ਰੀ ਹਰਮੰਦਰ ਸਾਹਿਬ, ਉਹ ਵੀ ਤਬਾਹ ਕੀਤਾ ਜਾ ਚੁੱਕਾ ਸੀ। ਇਸ ਲਈ ਅਬਦਾਲੀ ਨਿਸ਼ਚਿੰਤ ਹੋ ਗਿਆ, ਪਰ ਉਹ ਨਹੀਂ ਜਾਣਦਾ ਸੀ ਕਿ ਇਹ ਖਾਮੋਸ਼ੀ ਇੱਕ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਸੀ। ਇੱਧਰ ਸਿੱਖ ਆਪਣੇ ਫੱਟ ਸਹੀ ਕਰ ਰਹੇ ਸਨ, ਆਪਣੇ ਜਥਿਆਂ ਨੂੰ ਦੁਬਾਰਾ ਇਕੱਠਾ ਕੀਤਾ, ਸਮਾਂ ਲਿਆ, ਸਬਰ ਕੀਤਾ। ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਅਬਦਾਲੀ ਵੱਲੋਂ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇ ਹਰਮੰਦਰ ਸਾਹਿਬ ਤੇ ਵੀ ਹਮਲਾ ਕੀਤਾ ਗਿਆ ਹੈ, ਤਾਂ ਉਹਨਾਂ ਦੇ ਅੰਦਰ ਦਾ ਗੁੱਸਾ ਅੱਗ ਵਾਂਗ ਭੜਕ ਉੱਠਿਆ। ਉਹਨਾਂ ਦਾ ਖੂਨ ਖੌਲ ਉੱਠਿਆ। ਇਹ ਹੁਣ ਸਿਰਫ ਜੰਗ ਨਹੀਂ ਰਹੀ ਸੀ, ਇਹ ਬਦਲੇ ਦੀ ਲੜਾਈ ਬਣ ਚੁੱਕੀ ਸੀ। ਸਿੱਖਾਂ ਨੇ ਕਸਮ ਖਾਧੀ ਕਿ ਉਹ ਇਸ ਜ਼ੁਲਮ ਦਾ ਹਿਸਾਬ ਲੈਣਗੇ। ਅਜੇ ਉਹਨਾਂ ਦੇ ਜ਼ਖਮ ਭਰੇ ਵੀ ਨਹੀਂ ਸਨ, ਪਰ ਉਹ ਤਿਆਰ ਸਨ ਦੁਬਾਰਾ ਲੜਨ ਲਈ ਅਤੇ ਅਬਦਾਲੀ ਨੂੰ ਟੱਕਰ ਦੇਣ ਲਈ। ਸਿੱਖਾਂ ਨੇ ਫੈਸਲਾ ਕਰ ਲਿਆ, ਹੁਣ ਅਬਦਾਲੀ ਨੂੰ ਉਸ ਦੇ ਜ਼ੁਲਮਾਂ ਦੀ ਸਜ਼ਾ ਦੇਣੀ ਹੀ ਪਵੇਗੀ। ਸਭ ਤੋਂ ਪਹਿਲਾ ਵਾਰ ਹੋਇਆ ਸਰਹਿੰਦ ਤੇ। ਜ਼ੈਨ ਖਾਨ, ਜੋ ਆਪਣੇ ਆਪ ਨੂੰ ਤਾਕਤਵਰ ਸਮਝਦਾ ਸੀ, ਸਿੱਖਾਂ ਦੇ ਸਾਹਮਣੇ ਕੁਝ ਪਲ ਵੀ ਨਹੀਂ ਟਿਕ ਸਕਿਆ। ਉਸਨੇ ਹਾਰ ਮੰਨ ਲਈ, ਨਜ਼ਰਾਨੇ ਦਿੱਤੇ ਅਤੇ ਆਪਣੀ ਜਾਨ ਬਚਾ ਕੇ ਭੱਜ ਗਿਆ। ਪਰ ਜਦੋਂ ਸਿੱਖ ਵਾਪਸ ਮੁੜ ਰਹੇ ਸਨ ਤਾਂ ਜ਼ੈਨ ਖਾਨ ਨੇ ਵਫਾਦਾਰੀ ਨਹੀਂ, ਧੋਖਾ ਚੁਣਿਆ। ਪਿੱਠ ਪਿੱਛੇ ਵਾਰ ਕੀਤਾ ਗਿਆ, ਪਰ ਉਹ ਭੁੱਲ ਗਿਆ ਸੀ ਇਹ ਸਿੱਖ ਨੇ ਜਵਾਬ ਐਸਾ ਮਿਲਿਆ ਕਿ ਸਰਹਿੰਦ ਦਾ ਨਾਮੋ ਨਿਸ਼ਾਨ ਹਿੱਲ ਗਿਆ। ਸਿੱਖਾਂ ਨੇ ਪੂਰਾ ਸਰਹਿੰਦ ਫਤਿਹ ਕਰ ਲਿਆ। ਹਥਿਆਰ, ਧਨ ਦੌਲਤ, ਹੌਸਲਾ, ਸਭ ਕੁਝ ਹੁਣ ਸਿੱਖਾਂ ਦੇ ਕੋਲ ਸੀ। ਹੁਣ ਸਮਾਂ ਸੀ ਅਸਲੀ ਮੁਕਾਬਲੇ ਦਾ। ਸਿੱਖ ਅੰਮ੍ਰਿਤਸਰ ਪਹੁੰਚੇ। ਜਦੋਂ ਉਹਨਾਂ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਵੇਖਿਆ, ਉਹਨਾਂ ਦੇ ਦਿਲ ਕੰਬ ਉੱਠੇ। ਜਿਸ ਅਸਥਾਨ ਤੋਂ ਉਹਨਾਂ ਨੂੰ ਸ਼ਕਤੀ ਮਿਲਦੀ ਸੀ, ਉਸ ਨੂੰ ਤਬਾਹ ਕੀਤਾ ਗਿਆ ਸੀ। ਸਰੋਵਰ ਭਰਿਆ ਹੋਇਆ ਸੀ, ਪਵਿੱਤਰ ਧਰਤੀ ਜ਼ਖਮੀ ਸੀ, ਅੱਖਾਂ ਵਿੱਚ ਹੰਝੂ ਨਹੀਂ ਸਨ। ਇਸ ਵਾਰੀ ਅੱਖਾਂ ਵਿੱਚ ਅੱਗ ਸੀ। ਉਸ ਦਿਨ ਇੱਕ ਫੈਸਲਾ ਹੋਇਆ, ਬਦਲਾ ਲਿਆ ਜਾਵੇਗਾ। ਸਿੱਖਾਂ ਨੇ ਲਾਹੌਰ ਵੱਲ ਕੂਚ ਕੀਤਾ। ਉੱਧਰ ਅਬਦਾਲੀ ਕਲਾਨੌਰ ਵਿੱਚ ਬੈਠਾ ਆਪਣੀ ਜਿੱਤ ਦੇ ਸੁਪਨੇ ਦੇਖ ਰਿਹਾ ਸੀ। ਉਸ ਨੂੰ ਲੱਗਦਾ ਸੀ ਕਿ ਸਿੱਖ ਖਤਮ ਹੋ ਚੁੱਕੇ ਨੇ, ਪਰ ਜਦੋਂ ਉਸ ਨੂੰ ਖਬਰ ਮਿਲੀ ਕਿ ਸਿੱਖ ਫੇਰ ਖੜ ਗਏ ਨੇ, ਉਹ ਹੈਰਾਨ ਰਹਿ ਗਿਆ। ਉਹ ਤੁਰੰਤ ਆਪਣੀ ਫੌਜ ਦੇ ਨਾਲ ਵਾਪਸ ਆਇਆ। ਉਸ ਨੂੰ ਲੱਗਦਾ ਸੀ ਇਹ ਜੰਗ ਆਸਾਨ ਹੋਵੇਗੀ, ਪਰ ਇਸ ਵਾਰੀ ਸਾਹਮਣੇ ਜ਼ਖਮੀ ਸਿੱਖ ਨਹੀਂ ਸਨ। ਇਸ ਵਾਰੀ ਸਾਹਮਣੇ ਅੱਗ ਸੀ। ਟਾਕਰਾ ਹੋਇਆ ਅਤੇ ਐਸਾ ਹੋਇਆ ਕਿ ਅਬਦਾਲੀ ਡਰਦਾ ਹੋਇਆ ਮੈਦਾਨ ਛੱਡ ਗਿਆ, ਲਾਹੌਰ ਵੱਲ ਭੱਜ ਗਿਆ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਸਿੱਖਾਂ ਨੇ ਕੁਝ ਦੁਰਾਨੀ ਸਿਪਾਹੀਆਂ ਨੂੰ ਕੈਦ ਕੀਤਾ। ਉਹਨਾਂ ਤੋਂ ਅੰਮ੍ਰਿਤ ਸਰੋਵਰ ਸਾਫ਼ ਕਰਵਾਇਆ ਗਿਆ। ਮਲਬਾ, ਗੰਦਗੀ, ਸਭ ਕੁਝ
ਕਰਵਾਇਆ ਗਿਆ। ਪਰ ਫਿਰ ਸਿੱਖਾਂ ਨੇ ਇਨਸਾਨੀਅਤ ਦਿਖਾਈ, ਉਹਨਾਂ ਨੂੰ ਰਿਹਾ ਕਰ ਦਿੱਤਾ। ਹੁਣ ਅਬਦਾਲੀ ਸਮਝ ਗਿਆ ਸੀ ਕਿ ਉਸਨੇ ਸ਼ੇਰ ਨੂੰ ਛੇੜ ਦਿੱਤਾ ਹੈ। ਅਬਦਾਲੀ ਮਹੀਨਿਆਂ ਤੱਕ ਇੱਕ ਨਵਾਂ ਪਲਾਨ ਬਣਾਉਂਦਾ ਰਿਹਾ। ਇਸ ਵਾਰੀ ਉਹ ਸਭ ਕੁਝ ਖਤਮ ਕਰ ਦੇਣਾ ਚਾਹੁੰਦਾ ਸੀ। ਉਸਨੇ ਅਫਗਾਨ ਫੌਜਾਂ, ਕਸ਼ਮੀਰੀ ਸੈਨਾ ਅਤੇ ਹੋਰ ਹਾਕਮਾਂ ਨੂੰ ਇਕੱਠਾ ਕੀਤਾ, ਪਰ ਸਿੱਖ ਵੀ ਹੁਣ ਤਿਆਰ ਸਨ। ਉਹ ਜਾਣਦੇ ਸਨ ਇਹ ਜੰਗ ਆਖਰੀ ਹੋ ਸਕਦੀ ਹੈ। ਇਹ ਜੰਗ ਤੈਅ ਕਰੇਗੀ ਕਿ ਪੰਜਾਬ ਦੀ ਧਰਤੀ ਤੇ ਕੌਣ ਰਹੇਗਾ, ਖਾਲਸਾ ਜਾਂ ਅਬਦਾਲੀ। ਅਬਦਾਲੀ ਨੇ ਆਪਣੀ ਲੱਖਾਂ ਦੀ ਫੌਜ ਨਾਲ ਗੁਰਦਾਸਪੁਰ ਦੀ ਧਰਤੀ ਨੂੰ ਘੇਰ ਲਿਆ। ਉਸ ਦੇ ਦਿਲ 'ਚ ਇੱਕ ਯਕੀਨ ਸੀ, ਜਿਵੇਂ ਮਰਾਠਿਆਂ ਨੂੰ ਝੁਕਾਇਆ, ਉਸੇ ਤਰ੍ਹਾਂ ਹੁਣ ਸਿੱਖਾਂ ਨੂੰ ਵੀ ਮਿਟਾ ਦੇਵੇਗਾ। ਪਰ ਉਹ ਭੁੱਲ ਗਿਆ ਸੀ, ਇਹ ਉਹ ਕੌਮ ਹੈ ਜਿਹੜੀ ਤਲਵਾਰ ਤੋਂ ਨਹੀਂ, ਗੁਰੂ ਦੀ ਬਾਣੀ ਤੋਂ ਤਾਕਤ ਲੈਂਦੀ ਹੈ। ਸਿੱਖ ਭਾਵੇਂ ਘੱਟ ਗਿਣਤੀ ਦੀ ਸਨ, ਪਰ ਨਾ ਅੱਖਾਂ ਵਿੱਚ ਡਰ, ਨਾ ਦਿਲ ਵਿੱਚ ਖੌਫ, ਸਿਰਫ ਇੱਕ ਗੁਰੂ ਤੇ ਨਿਸ਼ਚਾ। ਜੰਗ ਸ਼ੁਰੂ ਹੋਈ, ਪਰ ਇਹ ਜੰਗ ਰਵਾਇਤੀ ਜੰਗ ਨਹੀਂ ਸੀ। ਜਦੋਂ ਅਬਦਾਲੀ ਦੀ ਫੌਜ ਅੱਗੇ ਵਧੀ, ਉਹਨਾਂ ਨੂੰ ਸਾਹਮਣੇ ਕੋਈ ਨਹੀਂ ਦਿਸਿਆ। ਅਚਾਨਕ ਜੰਗਲਾਂ ਦੀ ਛਾਂ ਚੋਂ ਤੂਫਾਨ ਵਾਂਗ ਕੁਝ ਘੋੜਸਵਾਰ ਨਿਕਲੇ, ਬਿਜਲੀ ਵਾਂਗ ਵਾਰ ਕੀਤਾ ਤੇ ਪਲਕ ਝਪਕਦੇ ਹੀ ਗਾਇਬ ਹੋ ਗਏ। ਅਬਦਾਲੀ ਦੀ ਫੌਜ ਹੈਰਾਨ ਰਹਿ ਗਈ। ਕੁਝ ਪਲ ਬਾਅਦ ਦੂਜੇ ਪਾਸੇ ਤੋਂ ਫਿਰ ਹਮਲਾ, ਤੇ ਹਮਲਾਵਰ ਫਿਰ ਗਾਇਬ। ਇਹ ਸੀ ਗੁਰਿੱਲਾ ਯੁੱਧ, ਚੁੱਪਚਾਪ, ਤੇਜ਼ ਤੇ ਅਨੰਦਾਜ਼। ਅਬਦਾਲੀ ਦੀ ਵੱਡੀ ਫੌਜ ਛੋੜ ਜੰਗਲਾਂ ਵਿੱਚ ਭਟਕਣ ਲੱਗ ਪਈ। ਜਿੱਥੇ ਉਹ ਜਾਂਦੇ, ਸਿੱਖ ਉੱਥੇ ਨਹੀਂ ਹੁੰਦੇ। ਜਿੱਥੋਂ ਉਹ ਮੁੜਦੇ, ਦੂਜੇ ਪਾਸੇ ਹਮਲਾ ਹੋ ਜਾਂਦਾ। ਹਰ ਪਲ ਇੱਕ ਅਣਜਾਣ ਡਰ, ਤੇ ਦੂਜੇ ਪਾਸੇ ਸਿੱਖ ਛੋਟੀਆਂ ਟੁਕੜੀਆਂ ਵਿੱਚ, ਪਰ ਇੱਕ ਦਿਲ, ਇੱਕ ਜਾਨ ਬਣ ਕੇ ਲੜ ਰਹੇ ਸਨ। ਅਬਦਾਲੀ ਦੀ ਤਾਕਤ ਘਟਦੀ ਗਈ ਹਰ ਹਮਲੇ ਨਾਲ। ਉਸ ਦਾ ਯਕੀਨ ਟੁੱਟਦਾ ਗਿਆ। ਉਹ ਸਮਝ ਗਿਆ, ਇਹ ਲੋਕ ਆਮ ਨੇ, ਇਹਨਾਂ ਨੂੰ ਤਲਵਾਰ ਨਾਲ ਕਦੇ ਵੀ ਹਰਾਇਆ ਨਹੀਂ ਜਾ ਸਕਦਾ। ਦਿਨ ਲੰਘਦੇ ਗਏ ਤੇ ਅਖੀਰ ਉਹ ਘੜੀ ਆ ਗਈ ਜਦੋਂ ਅਬਦਾਲੀ ਨੂੰ ਮੰਨਣਾ ਪਿਆ, ਇਹ ਜੰਗ ਹੁਣ ਨਹੀਂ ਜਿੱਤੀ ਜਾ ਸਕਦੀ। ਉਸਨੇ ਆਪਣੀ ਫੌਜ ਵਾਪਸ ਲਾਹੌਰ ਵੱਲ ਮੋੜ ਲਈ। ਇਹ ਵਾਪਸੀ ਜਿੱਤ ਨਹੀਂ ਸੀ, ਇਹ ਸੀ ਹਾਰ ਤੇ ਨਿਰਾਸ਼ਾ। ਪਰ ਕਹਾਣੀ ਇੱਥੇ ਵੀ ਨਹੀਂ ਮੁੱਕੀ। ਸਿੱਖਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਲਾਹੌਰ ਤੱਕ ਵਾਰ-ਵਾਰ ਹਮਲੇ ਕੀਤੇ। ਉਸ ਨੂੰ ਇੱਕ ਪਲ ਦੀ ਵੀ ਚੈਨ ਨਹੀਂ ਲੈਣ ਦਿੱਤੀ। ਅਬਦਾਲੀ ਹੁਣ ਤੰਗ ਆ ਗਿਆ। ਉਸਨੇ ਸਮਝ ਲਿਆ, ਇਹ ਧਰਤੀ ਹੁਣ ਉਸ ਦੇ ਵਸਤੀ ਨਹੀਂ। ਅਤੇ ਫਿਰ ਉਹ ਮੁੜ ਗਿਆ ਅਫਗਾਨਿਸਤਾਨ ਵੱਲ। ਇਹ ਸਿਰਫ ਇੱਕ ਬਾਦਸ਼ਾਹ ਦੀ ਵਾਪਸੀ ਨਹੀਂ ਸੀ, ਇਹ ਸੀ ਉਸ ਦੇ ਅਹੰਕਾਰ ਦੀ ਹਾਰ। ਅਤੇ ਪੰਜਾਬ ਦੀ ਧਰਤੀ ਤੇ ਇੱਕ ਨਵਾਂ ਇਤਿਹਾਸ ਲਿਖਿਆ ਗਿਆ। ਇਹ ਸਾਬਤ ਹੋ ਗਿਆ, ਗੁਰੂ ਦਾ ਖਾਲਸਾ ਨਾ ਕਦੇ ਡਰਦਾ ਹੈ, ਨਾ ਕਦੇ ਤੇ ਝੁਕਦਾ ਹੈ, ਚਾਹੇ ਵੈਰੀ ਕਿੰਨਾ ਵੀ ਵੱਡਾ ਹੋਵੇ। ਅੰਤ ਵਿੱਚ ਸੱਚ, ਹਿੰਮਤ ਤੇ ਵਿਸ਼ਵਾਸ ਹੀ ਜਿੱਤਦੇ ਹਨ। ਅਤੇ ਇਸ ਤਰ੍ਹਾਂ ਅਬਦਾਲੀ ਦਾ ਆਤੰਕ ਹਮੇਸ਼ਾ ਲਈ ਖਤਮ ਹੋ ਗਿਆ।